and structure among the cyclic phosphonitrile halide NPCl2 ट्राइस हो गया, ठीक है, टेट्रामर हो गया, ट्राइमर हो गया, टेट्रामर हो गया, हैव बीन स्टडी ਹੁਣ तक अपन, ठीक है। देयर प्रॉपर्टीज आर डिस्कस बिलो। ठीक है, पहला फिजिकल प्रॉपर्टी ਜਿਹੜਾ ट्राइमर है वो मैल्ट ਹੁੰਦਾ 114 डिग्री ਸੈਲਸੀਅਸ ਤੇ ਉਹਦਾ ਬੋਇਲਿੰਗ ਪੁਆਇੰਟ ਹੁੰਦਾ 250 डिग्री ਸੈਲਸੀਅਸ ਐਟ 1 ਐਟਮੋਸਫੀਅਰ ਪ੍ਰੈਸ਼ਰ ਐਂਡ ਇਟ ਇਜ਼ ਰੇਡਲੀ ਸੋਲੇਬਲ। ਇਹ ਈਥਰ ਦੇ ਵਿੱਚ ਸੋਲੇਬਲ ਹੁੰਦਾ, ਬੈਂਜ਼ੀਨ ਦੇ ਵਿੱਚ ਹੁੰਦਾ ਤੇ ਕਾਰਬਨ ਟੈਟਰਾਕਲੋਰਾਈਡ ਦੇ ਵਿੱਚ ਹੁੰਦਾ। ਔਨ ਦਾ ਅਦਰ ਹੈਂਡ ਜਿਹੜਾ ਆਪਣਾ ਟੈਟਰਾਮਰ ਹੁੰਦਾ ਉਹਦਾ ਮੈਲਟਿੰਗ ਪੁਆਇੰਟ ਹੁੰਦਾ 123 123.5 डिग्री ਸੈਲਸੀਅਸ ਤੇ ਬੋਇਲਿੰਗ ਪੁਆਇੰਟ ਹੁੰਦਾ 328.5 डिग्री ਸੈਲਸੀਅਸ। ਇਟ ਹੈਜ਼ ਲੋਅਰ ਸੋਲਿਬਿਲਿਟੀ ਇਨ ਈਥਰ, ਇਹਦੀ ਸੋਲਿਬਿਲਿਟੀ ਲੋਅਰ ਹੁੰਦੀ ਈਥਰ ਦੇ ਵਿੱਚ, ਬੈਂਜ਼ੀਨ ਦੇ ਵਿੱਚ ਐਂਡ ਕਾਰਬਨ ਟੈਟਰਾਕਲੋਰਾਈਡ ਦੇ ਵਿੱਚ। ਦੈਨ ਆਪਣੇ ਕੋਲ ਟਰਾਈਮਰ ਦੇ ਨਾਲ ਟਰਾਈਮਰ ਜ਼ਿਆਦਾ ਸੋਲਿਬਲ ਹੁੰਦਾ ਇਹ ਚੀਜ਼ਾਂ। ਔਨ ਹੀਟਿੰਗ ਟੂ 150 to 300 डिग्री ਸੈਲਸੀਅਸ, 150 ਤੋਂ ਲੈ ਕੇ 300 डिग्री तक जब ਤੁਸੀਂ ਇਹਨਾਂ ਦੋਨਾਂ ਨੂੰ ਹੀਟ ਕਰੋਗੇ ਔਨ ਬੋਥ ਸਾਈਕਲਿਕ ਟਰਾਈਮਰ ਤੇ ਟੈਟਰਾਮਰ ਪੋਲੀਮਰਾਈਜ਼ ਟੂ ਐਨ ਇਲਾਸਟਿਕ ਪ੍ਰੋਡਕਟ ਆਫ ਵੈਰੀ ਹਾਈ ਮੋਲੀਕੂਲਰ weight ਆਫ ਦ ਆਰਡਰ 20,000। ਠੀਕ ਹੈ, ਜਦੋਂ ਤੁਸੀਂ ਟਰਾਈਮਰਸ ਨੂੰ ਹੀਟ ਕਰੋਗੇ 150 डिग्री ਤੋਂ 300 डिग्री ਸੈਲਸੀਅਸ ਦੇ ਵਿੱਚ ਤਾਂ ਟੈਟਰਾਮਰ ਤੇ ਟਰਾਈਮਰ ਨੂੰ ਉਹ ਇੱਕ ਇਲਾਸਟਿਕ ਪ੍ਰੋਡਕਟ ਬਣਾਉਣਗੇ ਜਿਹਨਾਂ ਦਾ ਮੋਲੀਕੂਲਰ weight ਬਹੁਤ ਜ਼ਿਆਦਾ ਹੋਊਗਾ, ਅਪਰੋਕਸੀਮੇਟ 20,000 ਤੱਕ ਹੋਗਾ। ਹੁਣ ਫਰਦਰ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ 350 डिग्री ਤੇ ਫਿਰ ਦੁਬਾਰਾ ਤੋਂ ਉਹਨੂੰ 350 डिग्री ਤੇ ਜਦੋਂ ਉਹਨੂੰ ਹੀਟ ਕਰੋਗੇ ਦਾ ਪ੍ਰੋਡਕਟ ਗੈਟ ਡੀਪੋਲੀਮਰਾਈਜ਼ ਤੇ ਪ੍ਰੋਡਕਟ ਕਿਆ ਹੋ ਜਾਊਗਾ, ਡੀਪੋਲੀਮਰਾਈਜ਼ ਹੋ ਜਾਊਗਾ। ਠੀਕ ਹੈ, ਸੋ ਕਹਿੰਦੇ 300 डिग्री ਸੈਲਸੀਅਸ ਤੱਕ ਤਾਂ ਉਹਦੇ 'ਚ ਇਲਾਸਟਿਸਿਟੀ ਆਉਂਦੀ ਰਹੂਗੀ। 350 ਤੇ ਜਦੋਂ ਤੁਸੀਂ ਇਸ ਪ੍ਰੋਡਕਟ 350 ਤੱਕ ਲੈ ਜਾਊਂਗੇ ਉਹ ਕਾਹ 'ਚ ਕਨਵਰਟ ਹੋ ਜਾਊਗਾ ਲੀਨੀਅਰ ਦੇ ਵਿੱਚ। ਸੋ ਦੇਖੋ ਜਿਵੇਂ ਸਾਈਕਲਿਕ ਟਾਈਮਰ ਨੂੰ ਹੀਟ ਕੀਤਾ 350 डिग्री ਸੈਲਸੀਅਸ ਤੇ ਉਹ ਕਾਹ 'ਚ ਕਨਵਰਟ ਹੋ ਗਿਆ ਲੀਨੀਅਰ ਚੇਨ ਦੇ ਵਿੱਚ। ਸਬਸਟੀਟਿਊਟ ਰਿਐਕਸ਼ਨ, ਕਲੋਰੀਨ ਐਟਮ ਔਨ ਦਾ ਫਾਸਫੋਨਾਈਟ੍ਰਿਕ ਕਲੋਰਾਈਡ ਇਜ਼ ਵੈਰੀ ਰਿਐਕਟਿਵ। ਜਿਹੜਾ ਕਲੋਰੀਨ ਐਟਮ ਹੋਏਗਾ ਆਹ ਵਾਲੇ, ਠੀਕ ਹੈ, ਫਾਸਫੋਨਾਈਟ੍ਰਿਕ ਕੰਪਾਊਂਡ ਕਲੋਰਾਈਡ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੁੰਦੇ ਨੇ ਅਤੇ ਇਟ ਕੈਨ ਬੀ ਈਜ਼ਲੀ ਰਿਪਲੇਸ ਬਾਏ ਦਾ ਅਦਰ ਮੋਨੋਵਲੈਂਟ। ਅਤੇ ਇਹਨਾਂ ਨੂੰ ਅਦਰ ਹੋਰ ਮੋਨੋਵਲੈਂਟ ਗਰੁੱਪ ਜਿਵੇਂ ਲਾਈਕ ਫਲੋਰੀਨ ਹੋ ਗਿਆ, ਬ੍ਰੋਮੀਨ ਹੋ ਗਿਆ, ਠੀਕ ਹੈ, OH ਗਰੁੱਪ ਹੋ ਗਿਆ, OR ਗਰੁੱਪ ਹੋ ਗਿਆ, SH ਗਰੁੱਪ ਹੋ ਗਿਆ, SR ਗਰੁੱਪ ਹੋ ਗਿਆ, SCN ਗਰੁੱਪ ਹੋ ਗਿਆ ਜਾਂ NH2 ਗਰੁੱਪ ਹੋ ਗਿਆ, NR ਗਰੁੱਪ, ਇਹ ਸਾਰੇ ਕਿਆ ਕਰ ਸਕਦੇ, ਈਜ਼ਲੀ ਰਿਪਲੇਸ ਕਰ ਸਕਦੇ ਆ। ਸੋ ਜਦੋਂ ਤੁਸੀਂ ਰਿਐਕਟ ਕਰੋਗੇ ਟਾਈਮਰ ਨੂੰ ਫਾਸਫੋਨਾਈਟ੍ਰਿਕ ਕਲੋਰਾਈਡ ਟਾਈਮਰ ਨੂੰ 6 ਮੋਲੀਕੂਲ ਆਫ ਸੋਡੀਅਮ ਫਲੋਰਾਈਡ ਦੇ ਨਾਲ ਤਾਂ ਆਪਣੇ ਕੋਲ ਫਾਰਮੇਸ਼ਨ ਹੋਊਗੀ NPF2 ਇਹਦਾ ਟਾਈਮਰ ਬਣ ਜਾਏਗਾ ਅਤੇ ਫਲੋਰੀਨ ਵਾਲਾ ਟਾਈਮਰ ਬਣ ਜਾਏਗਾ ਅਤੇ NaCl ਕਿਆ ਹੋ ਜਾਊਗਾ, ਰਿਮੂਵ। ਇਸ ਤਰ੍ਹਾਂ ਅਗਰ ਤੁਸੀਂ ਇਹਨੂੰ SO2F ਦੇ ਨਾਲ ਰਿਐਕਟ ਕਰੋਗੇ ਤਾਂ ਆਪਣੇ ਕੋਲ ਫਿਰ ਦੁਬਾਰਾ 'ਤੇ ਕਿਆ ਫਲੋਰੀਨ ਵਾਲਾ ਟਾਈਮਰ ਬਣ ਜਾਏਗਾ। ਇਸ ਤਰ੍ਹਾਂ ਜੋ ਤੁਸੀਂ ਆਪਾਂ ਟਾਈਮਰ ਨੂੰ ਰਿਐਕਟ ਕਰੋਗੇ 6 ਮੋਲੀਕਿਊਲਸ ਆਫ NaOR ਦੇ ਨਾਲ ਤਾਂ ਆਪਣੇ ਕੋਲ ਜਿਹੜਾ ਕਲੋਰੀਨ ਦਾ ਮੋਲੀਕਿਊਲ ਹੈ ਉਹਨੂੰ ਕਿਹਨੇ ਰਿਪਲੇਸ ਕਰ ਦੇਣਾ, OR ਨੇ, ਉਹਦਾ ਟਾਈਮਰ ਬਣ ਜਾਏਗਾ ਅਤੇ NaCl ਰਿਮੂਵ ਹੋ ਜਾਣਾ। ਅਗਰ ਤੁਸੀਂ HCN NaSCN ਦੇ ਨਾਲ ਰਿਐਕਟ ਕਰੋਗੇ ਤਾਂ ਕਲੋਰੀਨ ਮੋਲੀਕਿਊਲ ਨੂੰ ਕਿਹਨੇ ਰਿਪਲੇਸ ਕਰ ਦੇਣਾ, HCN ਗਰੁੱਪ ਨੇ। ਅਗਰ ਇਸ ਤਰ੍ਹਾਂ ਆਪਾਂ ਮੈਗਨੀਸ਼ੀਅਮ ਅਲਕਾਈਲ ਮੈਗਨੀਸ਼ੀਅਮ ਹਾਈਡਰਾਈਡ ਨਾਲ ਰਿਐਕਟ ਕਰੋਗੇ ਤਾਂ ਆਪਣੇ ਕੋਲ ਕਿਸੇ ਫਾਰਮੇਸ਼ਨ ਉਹਨੇ ਕਲੋਰੀਨ ਗਰੁੱਪ ਨੂੰ ਕਿਹਨੇ ਰਿਪਲੇਸ ਕਰ ਦੇਣਾ, CH3 ਗਰੁੱਪ ਨੇ। ਮੈਨੀ ਅਦਰ ਸਬਸਟੀਟਿਊਟ ਮੇ ਬੀ ਇੰਟਰੋਡਿਊਸ ਦਿਸ ਸੈਕਸ਼ਨ ਐਟ ਪ੍ਰੈਜ਼ੈਂਟ ਬਿਲੋ। ਅਤੇ ਹੋਰ ਦੇਖੋ ਇਹਨਾਂ 'ਚ ਸਾਰੇ ਦਿੱਤੀਆਂ ਹੋਈਆਂ, ਠੀਕ ਹੈ। ਤੁਸੀਂ KOF ਨਾਲ ਰਿਐਕਟ ਕਰੋਗੇ ਸਾਰਾ ਫਲੋਰੀਨ ਕਿੰਨਾ ਰਿਪਲੇਸ ਹੋ ਜਾਣਾ, ਫਲੋਰੀਨ ਕਿੰਨਾ ਰਿਪਲੇਸ ਹੋਣਾ, ਫਲੋਰੀਨ ਦੇ ਨਾਲ NaOMe, ਠੀਕ ਹੈ, NaOMe ਤਾਂ ਸਾਰੇ ਦਾ ਸਾਰਾ ਜਿੰਨਾ ਵੀ ਕਲੋਰੀਨ ਕਿੰਨਾ ਰਿਪਲੇਸ ਹੋਣਾ, OMe ਗਰੁੱਪ ਦੇ ਨਾਲ। ਅਗਰ ਫਿਨਾਈਲ ਮੈਗਨੀਸ਼ੀਅਮ ਬ੍ਰੋਮਾਈਡ ਨਾਲ ਰਿਐਕਟ ਕਰੋਗੇ ਤਾਂ ਸਾਰਾ ਕਲੋਰੀਨ ਫਿਨਾਈਲ ਗਰੁੱਪ ਨਾਲ ਰਿਪਲੇਸ ਹੋ ਜਾਣਾ। ਅਗਰ ਆਪਾਂ ਸੋਡੀਅਮ ਸਾਈਨਾਈਡ ਨਾਲ ਰਿਐਕਟ ਕਰੋਗੇ ਤਾਂ ਸਾਰਾ ਕਲੋਰੀਨ ਸਾਈਨਾਈਡ ਗਰੁੱਪ ਦੇ ਨਾਲ ਰਿਪਲੇਸ ਹੋ ਜਾਣਾ। ਅਗਰ ਆਪਾਂ ਇੱਥੇ ਵੀ ਡਬਲ ਬੌਂਡ ਆਉਣਾ, ਇੱਥੇ ਵੀ ਡਬਲ ਬੌਂਡ ਆਉਣਾ, ਇੱਥੇ ਮਿਸਪਲੇਸ ਹੋਇਆ ਹੋਇਆ, ਠੀਕ ਹੈ, ਇੱਥੇ ਵੀ ਡਬਲ ਮਿਸਪਲੇਸ ਹੋਇਆ ਹੋਇਆ। ਸੋ ਅਗਰ ਤੁਸੀਂ ਪਿਪਰਾਡੀਨ ਰਿਐਕਟ ਕਰੋਗੇ ਸਾਰਾ ਫਲੋਰੀਨ ਕਿੰਨਾ ਰਿਐਕਟ ਹੋ ਜਾਣਾ, ਪਿਪਰਾਡੀਨ ਦੇ ਨਾਲ ਰਿਪਲੇਸ ਹੋ ਜਾਣਾ। ਉਸ ਤੋਂ ਬਾਅਦ ਦਾ ਹਾਈਡਰੋਲਿਸਿਸ, ਠੀਕ ਹੈ। ਤਾਂ ਉਹ ਕਹਿੰਦੇ ਹਾਈਡਰੋਲਿਸਿਸ ਕਿਆ, ਜਦੋਂ ਤੁਸੀਂ ਟਰਾਈਮਰ ਨੂੰ ਵਾਟਰ ਮੋਲੀਕੂਲ ਦੇ ਨਾਲ ਰਿਐਕਟ ਕਰ ਰਹੇ 6 ਮੋਲੀਕਿਊਲਸ ਆਫ HCl ਕਿਆ ਹੁੰਦਾ, ਰਿਮੂਵ ਹੁੰਦੇ, ਸਾਰੇ ਫਲੋਰੀਨ ਦੀ ਜਗ੍ਹਾ ਕਿਆ ਲੱਗਦੇ ਹੁੰਦੇ, OH ਗਰੁੱਪ। ਫਿਰ ਇਹਨੂੰ ਆਈਸੋਮਰਿਕ ਚੇਂਜ ਦਾ ਜਿਹੜਾ OH ਗਰੁੱਪ ਹੈ ਉਹ ਫਿਰ ਆਈਸੋਮਰਿਕ ਚੇਂਜ ਦੇ ਵਿੱਚ ਆਉਂਦਾ, ਉਹਦੇ ਵਿੱਚ ਕਿਆ ਹੁੰਦਾ, ਇੱਕ OH ਗਰੁੱਪ ਰਹਿ ਜਾਂਦਾ, ਠੀਕ ਹੈ। ਆਹ ਵਾਲੇ ਸਪੋਜ਼ ਕਰੋ ਇਹਨੇ ਕਿਆ ਕਰਨਾ, ਆਪਣਾ ਹਾਈਡਰੋਜਨ ਕਿਹਦੇ ਨਾਲ ਸ਼ੇਅਰ ਕਰ ਲੈਣਾ, ਨਾਈਟ੍ਰੋਜਨ ਦੇ ਨਾਲ, ਠੀਕ ਹੈ। ਅਤੇ ਇਹਨਾਂ ਦੇ ਵਿੱਚ ਵਾਲਾ ਡਬਲ ਬੌਂਡ ਟੁੱਟ ਜਾਣਾ, ਇਹ ਡਬਲ ਬੌਂਡ ਕਿੱਥੇ ਸ਼ਿਫਟ ਹੋਣਾ, ਇੱਥੇ ਆਕਸੀਜਨ ਦੇ ਉੱਪਰ। ਤਾਂ ਇਹਦੇ ਵਿੱਚ ਕਿਆ ਹੁੰਦਾ, ਹਾਈਡਰੋਜਨ ਸ਼ਿਫਟ ਹੋ ਜਾਂਦੀ ਹੈ। ਹਾਈਡਰੋਜਨ ਸ਼ਿਫਟ ਕਿੱਥੇ ਹੁੰਦਾ, ਨਾਈਟ੍ਰੋਜਨ ਦੇ ਉੱਪਰ, ਡਬਲ ਬੌਂਡ ਖਤਮ, ਉਹ ਡਬਲ ਬੌਂਡ ਕਿੱਥੇ ਫਾਰਮ ਹੋ ਜਾਂਦਾ, ਆਕਸੀਜਨ ਦੇ ਉੱਪਰ। ਐਵੇਂ ਹੁੰਦਾ, ਦੇਖੋ ਇੱਧਰ ਸਪੋਜ਼ ਕਰੋ ਇੱਥੋਂ ਹਾਈਡਰੋਜਨ ਚਲਾ ਗਿਆ,
ਇੱਥੋਂ ਹਾਈਡਰੋਜਨ ਚਲਾ ਗਿਆ ਇਸ ਨਾਈਟ੍ਰੋਜਨ ਕੋਲ, ਠੀਕ ਹੈ। ਇੱਥੇ ਨੈਗੇਟਿਵ ਚਾਰਜ ਆ ਗਿਆ, ਜਿਹੜਾ ਇਹ ਨੈਗੇਟਿਵ ਚਾਰਜ ਹੈ ਇੱਥੇ ਇੱਥੇ ਫਿਰ ਆਪਣੇ ਕੋਲ NH, ਇੱਥੇ ਕੀ ਆ ਜਾਊਗਾ ਪੋਜ਼ੀਟਿਵ ਚਾਰਜ ਆਉਣਾ। ਉਸ ਪੋਜ਼ੀਟਿਵ ਚਾਰਜ ਨੂੰ ਖਤਮ ਕਰਨ ਲਈ ਇਹਨੇ ਆਪਣੇ ਇਲੈਕਟ੍ਰੋਨ ਇੱਥੋਂ ਲੈ ਲੈਣੇ, ਇੱਥੇ ਕਿਹੜਾ ਚਾਰਜ ਆ ਗਿਆ ਨੈਗੇਟਿਵ, ਪੋਜ਼ੀਟਿਵ ਚਾਰਜ ਇੱਥੇ ਸ਼ਿਫਟ ਹੋ ਗਿਆ, ਫਿਰ ਪੋਜ਼ੀਟਿਵ ਚਾਰਜ ਨੂੰ ਕਮਿਊਨੇਟ ਕਰਨ ਲਈ ਆਕਸੀਜਨ ਆਪਣੇ ਇਲੈਕਟ੍ਰੋਨ ਇਹਨੂੰ ਦੇ ਦੇਗਾ, ਠੀਕ ਹੈ ਜੀ। ਉਸ ਤੋਂ ਜਿਹੜਾ ਟੈਟਰਾਮਰ ਤੇ ਉਹਦੀ ਹਾਈਡਰੋਲਾਈਸਿਸ ਹੁੰਦੀ 8 ਮੋਲੀਕਿਊਲਸ ਆਫ ਵਾਟਰ, ਉਹਦੇ ਨਾਲ ਵੀ ਕੀ ਹੁੰਦਾ, ਉਹ ਸਾਰੇ OH ਗਰੁੱਪ ਕਲੋਰੀਨ ਰਿਪਲੇਸ ਕਰ ਕਲੋਰੀਨ ਨੂੰ ਰਿਪਲੇਸ ਕਰਕੇ OH ਗਰੁੱਪ ਲੱਗ ਜਾਂਦੇ ਆ। ਫਿਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਵੀ ਆਈਸੋਮਰਿਕ ਚੇਂਜ ਜਿਵੇਂ ਹੀ ਆਉਂਦਾ ਜਿਵੇਂ ਪਹਿਲਾਂ ਆਇਆ, ਤੇ ਇੱਕ ਆਕਸੀਜਨ ਹਾਈਡਰੋਜਨ ਸ਼ਿਫਟ ਹੋ ਜਾਊਗੀ ਨਾਈਟ੍ਰੋਜਨ ਕੋਲ, ਤੇ ਆਪਣੇ ਕੋਲ ਆਕਸੀਜਨ ਕਿਸੇ ਉੱਪਰ ਕੀ ਆ ਜਾਊਗਾ ਡਬਲ ਬੌਂਡ। ਰਿਐਕਸ਼ਨ ਵਿਦ ਅਮੋਨੀਆ ਦੇਖ ਲਓ, ਜੇ ਤੁਸੀਂ ਐਕਸੈਸ ਆਫ ਅਮੋਨੀਆ ਰਿਐਕਟ ਕਰਦੇ ਹੋ ਤਾਂ ਇਹਦੇ ਨਾਲ ਅਮਾਈਡ ਗਰੁੱਪ ਲੱਗ ਜਾਂਦਾ, NH2 ਗਰੁੱਪ ਲੱਗ ਜਾਂਦਾ ਕਲੋਰੀਨ ਦੇ ਨਾਲ। ਫਿਰ ਉਹਨੂੰ ਹੀਟ ਕਰਦੇ ਹੋ ਤਾਂ ਐਕਸੈਸ ਆਫ ਜਿਹੜਾ ਅਮੋਨੀਆ ਉਹ ਕਿਆ ਹੋ ਜਾਂਦਾ ਰਿਪਲੇਸ ਹੋ ਜਾਂਦਾ, ਆਪਣੇ ਕੋਲ ਕਿਆ ਰਹਿ ਜਾਂਦਾ NH ਗਰੁੱਪ ਰਹਿ ਜਾਂਦਾ ਸਾਰੇ ਦੇ ਸਾਰੇ ਉਹਦੇ ਨਾਲ। ਉਸ ਤੋਂ ਬਾਅਦ ਫਿਰ ਫੋਸਫਾਰਮ ਬਣ ਜਾਂਦਾ ਆਪਣੇ ਕੋਲ, ਫਿਰ ਉਹਨੂੰ ਹੀਟ ਕਰਦੇ ਹੋ ਤਾਂ ਫਿਰ NH3 ਮੋਲੀਕਿਊਲ ਰਿਮੂਵ ਹੁੰਦਾ, ਆਪਣੇ ਕੋਲ ਫਾਰਮੇਸ਼ਨ ਹੁੰਦੀ ਹੈ P3N5 ਦੀ।